ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਾਈਸੈਲਫ ਗੁਰਬਚਨ ਸਿੰਘ, ਮੈਥ ਮਾਸਟਰ ਫਰੋਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆਜ਼ਮਵਾਲਾ, डिस्ट्रिक्ट फाजिलका। प्यारे बच्चों, ਅੱਜ ਅਸੀਂ ਜਮਾਤ 8ਵੀਂ ਵਿਸ਼ਾ ਗਣਿਤ ਅਧਿਆਇ 8 ਰਾਸ਼ੀਆਂ ਦੀ ਤੁਲਨਾ ਦੀ ਦੁਹਰਾਈ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਚੈਪਟਰ ਨਾਲ ਸੰਬੰਧਿਤ ਜੋ ਵੀ ਬੇਸਿਕ ਕਨਸੈਪਟਸ ਹਨ ਉਹਨਾਂ ਬਾਰੇ ਪੜਾਂਗੇ, ਕਿਉਂਕਿ ਜੇ ਬੇਸਿਕ ਕਨਸੈਪਟ ਕਲੀਅਰ ਹੋਣਗੇ ਤਾਂ ਤੁਸੀਂ ਕੁਐਸਚਨਸ ਆਸਾਨੀ ਨਾਲ ਕਰ ਸਕੋਗੇ। ਪਿਆਰੇ ਬੱਚਿਓ, ਰੋਜ਼ਾਨਾ ਜੀਵਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਵਸਤੂਆਂ ਦੀ ਤੁਲਨਾ ਇੰਜ ਹੀ ਕਰ ਦਿੰਦੇ ਹਾਂ। ਜਿਵੇਂ ਅਸੀਂ ਕਲਾਸ ਵਿੱਚ ਦੇਖਦੇ ਹਾਂ ਕਿ ਕੋਈ ਬੱਚਾ ਦੂਸਰੇ ਬੱਚੇ ਨੂੰ ਕਹਿੰਦਾ ਹੈ ਕਿ ਮੇਰੇ ਨੰਬਰ ਟੈਸਟ ਵਿੱਚੋਂ ਤੇਰੇ ਨਾਲੋਂ ਜ਼ਿਆਦਾ ਆਏ ਹਨ। ਅਰਥਾਤ ਉਹ ਦੋਨੋਂ ਬੱਚੇ ਆਪਸ ਵਿੱਚ ਅੰਕਾਂ ਦੀ ਤੁਲਨਾ ਕਰ ਰਹੇ ਹਨ। ਇਸੇ ਤਰ੍ਹਾਂ ਜਦੋਂ ਤੁਸੀਂ ਮਾਰਨਿੰਗ ਅਸੈਂਬਲੀ ਦੇ ਵਿੱਚ ਦੇਖਦੇ ਹੋ ਕਿ ਲਾਈਨਾਂ ਦੇ ਵਿੱਚ ਜ਼ਿਆਦਾਤਰ ਬੱਚੇ ਕੱਦ ਦੇ ਹਿਸਾਬ ਦੇ ਨਾਲ ਖੜੇ ਹੁੰਦੇ ਹਨ। ਅਰਥਾਤ ਛੋਟੇ ਕੱਦ ਵਾਲਾ ਬੱਚਾ ਪਹਿਲਾਂ, ਫਿਰ ਉਸ ਤੋਂ ਬਾਅਦ ਵੱਡੇ ਕੱਦ ਵਾਲਾ, ਫਿਰ ਉਸ ਤੋਂ ਬਾਅਦ ਹੋਰ ਵੱਡੇ ਕੱਦ ਵਾਲਾ, ਫਿਰ ਉਸ ਤੋਂ ਬਾਅਦ ਹੋਰ ਵੱਡੇ ਕੱਦ ਵਾਲਾ। ਇਸ ਤਰ੍ਹਾਂ ਬੱਚੇ ਲਾਈਨ ਦੇ ਵਿੱਚ ਖੜੇ ਹੁੰਦੇ ਹਨ। ਇਸ ਤਰ੍ਹਾਂ ਅਸੀਂ ਕਈ ਵਾਰ ਦੇਖਦੇ ਹਾਂ ਕਿ ਪਹਿਲੇ ਬੱਚੇ ਦਾ ਕੱਦ ਆਖਰ ਵਾਲੇ ਬੱਚੇ ਦੇ ਨਾਲੋਂ ਅੱਧਾ ਹੁੰਦਾ ਹੈ ਅਤੇ ਜਾਂ ਆਖਰ ਵਾਲੇ ਬੱਚੇ ਦਾ ਕੱਦ ਪਹਿਲਾਂ ਵਾਲੇ ਬੱਚੇ ਨਾਲੋਂ ਦੁੱਗਣਾ ਹੁੰਦਾ ਹੈ। ਪਿਆਰੇ ਬੱਚਿਓ, ਮੇਰੇ ਕੋਲ ਦੋ ਸਕੇਲ ਹਨ ਅਤੇ ਜੇ ਅਸੀਂ ਇਹਨਾਂ ਦੇ ਸਾਈਜ਼ ਅਥਵਾ ਆਕਾਰ ਦੇ ਵਿੱਚ ਤੁਲਨਾ ਕਰੀਏ ਤਾਂ ਇਸ ਸਕੇਲ ਦਾ ਜੋ ਆਕਾਰ ਹੈ ਇਸ ਦੀ ਤੁਲਨਾ ਦੇ ਵਿੱਚ ਛੋਟਾ ਹੈ। ਇਸੇ ਤਰ੍ਹਾਂ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਤੁਲਨਾ ਕਰਦੇ ਰਹਿੰਦੇ ਹਾਂ, ਪਰ ਹੁਣ ਅਸੀਂ ਸਾਡੀ ਗਣਿਤ ਦੀ ਪਾਠ ਪੁਸਤਕ ਦੇ ਵਿੱਚ ਜੋ ਉਦਾਹਰਨਾਂ ਜਾਂ ਸਵਾਲ ਦਿੱਤੇ ਹਨ ਉਹਨਾਂ ਨੂੰ ਲੈ ਕੇ ਚੱਲਦੇ ਹਾਂ। ਸਾਡਾ ਪਹਿਲਾ ਟੌਪਿਕ ਹੈ ਅਨੁਪਾਤ ਅਤੇ ਪ੍ਰਤੀਸ਼ਤ। ਪਿਆਰੇ ਬੱਚਿਓ, ਤੁਸੀਂ ਅਨੁਪਾਤ ਦੇ ਬਾਰੇ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹ ਚੁੱਕੇ ਹੋ, ਪਰ ਫਿਰ ਵੀ ਅਸੀਂ ਇੱਕ ਉਦਾਹਰਣ ਦੇ ਰਾਹੀਂ ਦੇਖਦੇ ਹਾਂ। ਮੰਨ ਲਓ ਤੁਹਾਡੀ ਜਮਾਤ ਦੇ ਵਿੱਚ ਕੁੜੀਆਂ ਦੀ ਸੰਖਿਆ 30 ਅਤੇ ਮੁੰਡਿਆਂ ਦੀ ਸੰਖਿਆ 20 ਹੈ। ਇਸ ਲਈ ਅਸੀਂ ਲਿਖਦੇ ਹਾਂ ਕੁੜੀਆਂ ਦੀ ਸੰਖਿਆ 30 ਅਤੇ ਮੁੰਡਿਆਂ ਦੀ ਸੰਖਿਆ 20 ਹੈ। ਹੁਣ ਅਸੀਂ ਕੁੜੀਆਂ ਦੀ ਸੰਖਿਆ ਦਾ ਅਨੁਪਾਤ ਮੁੰਡਿਆਂ ਦੀ ਸੰਖਿਆ ਦੇ ਨਾਲ ਦੇਖਣਾ ਚਾਹੁੰਦੇ ਹਾਂ। ਇਸ ਲਈ ਕੁੜੀਆਂ ਦੀ ਸੰਖਿਆ ਅਨੁਪਾਤ ਮੁੰਡਿਆਂ ਦੀ ਸੰਖਿਆ। ਸਾਨੂੰ ਕੁੜੀਆਂ ਦੀ ਸੰਖਿਆ 30 ਦਿੱਤੀ ਹੋਈ ਹੈ ਅਤੇ ਅਸੀਂ ਜਾਣਦੇ ਹਾਂ ਮੁੰਡਿਆਂ ਦੀ ਸੰਖਿਆ 20 ਹੈ। ਇਸ ਨੂੰ ਅਸੀਂ ਇੱਕ ਭਿੰਨ ਦੇ ਰਾਹੀਂ ਸਮਝ ਸਕਦੇ ਹਾਂ। 30/20। ਇਸ ਤਰ੍ਹਾਂ 0 ਨਾਲ 0 ਕੱਟ ਜਾਂਦਾ ਹੈ, ਸਾਨੂੰ 3/2 ਪ੍ਰਾਪਤ ਹੁੰਦਾ ਹੈ। ਅਸੀਂ 3/2 ਨੂੰ 3:2 ਵੀ ਲਿਖ ਸਕਦੇ ਹਾਂ। ਇਸ ਤਰ੍ਹਾਂ ਕੁੜੀਆਂ ਦੀ ਸੰਖਿਆ ਦਾ ਅਨੁਪਾਤ ਮੁੰਡਿਆਂ ਦੀ ਸੰਖਿਆ ਦੇ ਨਾਲ 3:2 ਸਾਨੂੰ ਪ੍ਰਾਪਤ ਹੋਇਆ। ਇਸੇ ਤਰ੍ਹਾਂ ਅਸੀਂ ਮੁੰਡਿਆਂ ਦੀ ਸੰਖਿਆ ਦਾ ਅਨੁਪਾਤ ਕੁੜੀਆਂ ਦੀ ਸੰਖਿਆ ਦੇ ਨਾਲ ਵੀ ਪਤਾ ਕਰ ਸਕਦੇ ਹਾਂ। ਦੇਖਦੇ ਹਾਂ ਮੁੰਡਿਆਂ ਦੀ ਸੰਖਿਆ ਅਨੁਪਾਤ ਕੁੜੀਆਂ ਦੀ ਸੰਖਿਆ, ਅਤੇ ਸਾਨੂੰ ਮੁੰਡਿਆਂ ਦੀ ਸੰਖਿਆ ਵੀ ਦਿੱਤੀ ਹੋਈ ਹੈ ਅਤੇ ਕੁੜੀਆਂ ਦੀ ਸੰਖਿਆ ਸਾਡੇ ਕੋਲ 30 ਹੈ। ਇਸ ਤਰ੍ਹਾਂ ਅਸੀਂ ਭਿੰਨ ਰੂਪ ਰਾਹੀਂ ਸਮਝਦੇ ਹਾਂ 20/30। 0 ਨਾਲ 0 ਕੱਟ ਜਾਂਦਾ ਹੈ। ਇਸ ਤਰ੍ਹਾਂ ਸਾਨੂੰ 2/3 ਪ੍ਰਾਪਤ ਹੋਇਆ ਅਤੇ 2/3 ਨੂੰ ਅਸੀਂ ਅਨੁਪਾਤ ਦੇ ਰੂਪ ਵਿੱਚ 2:3 ਲਿਖ ਸਕਦੇ ਹਾਂ। ਆਓ ਹੁਣ ਪ੍ਰਤੀਸ਼ਤ ਦੇ ਬਾਰੇ ਪੜ੍ਹਦੇ ਹਾਂ। ਪ੍ਰਤੀ ਸ਼ਬਦ ਦਾ ਅਰਥ ਹੈ 1/ ਅਤੇ ਸ਼ਤ ਸ਼ਬਦ ਦਾ ਅਰਥ ਹੈ 100। ਅਰਥਾਤ ਪ੍ਰਤੀਸ਼ਤ ਦਾ ਮਤਲਬ ਹੋਇਆ 1/100। ਅਸੀਂ ਇਸ ਨੂੰ ਚਿੰਨ੍ਹ ਦੇ ਰਾਹੀਂ ਵੀ ਲਿਖ ਸਕਦੇ ਹਾਂ। ਇਹ ਪ੍ਰਤੀਸ਼ਤ ਦਾ ਚਿੰਨ੍ਹ ਹੈ ਅਤੇ ਅਸੀਂ ਜਾਣਦੇ ਹਾਂ ਪ੍ਰਤੀਸ਼ਤ ਨੂੰ ਅਸੀਂ 1/100 ਲਿਖ ਸਕਦੇ ਹਾਂ। ਇਸ ਲਈ ਅਸੀਂ ਪ੍ਰਤੀਸ਼ਤ ਨੂੰ 1/100 ਲਿਖਦੇ ਹਾਂ। ਹੁਣ ਅਸੀਂ ਇੱਕ ਉਦਾਹਰਣ ਦੇ ਰਾਹੀਂ ਪ੍ਰਤੀਸ਼ਤ ਦੇ ਬਾਰੇ ਸਮਝਦੇ ਹਾਂ। ਮੰਨ ਲਓ ਇੱਕ ਬੱਚਾ ਗੁਰਨੀਤ ਹੈ ਅਤੇ ਉਸ ਦੇ ਗਣਿਤ ਵਿਸ਼ੇ ਦੇ ਵਿੱਚ
ਕੁੱਲ ਅੰਕ 100 ਦੇ ਵਿੱਚੋਂ 90 ਅੰਕ ਆਉਂਦੇ ਹਨ। ਹੁਣ ਅਸੀਂ ਇਸ ਨੂੰ ਪ੍ਰਤੀਸ਼ਤ ਰੂਪ ਵਿੱਚ ਲਿਖਦੇ ਹਾਂ। ਕੁੱਲ ਅੰਕ 100 ਅਤੇ ਪ੍ਰਾਪਤ ਅੰਕ 90। ਅਸੀਂ ਇਸ ਨੂੰ 90 ਗੁਣਾ 1/100 ਵੀ ਲਿਖ ਸਕਦੇ ਹਾਂ ਅਤੇ ਅਸੀਂ ਹੁਣੇ ਪੜ ਚੁੱਕੇ ਹਾਂ ਕਿ 1/100 ਨੂੰ ਅਸੀਂ ਪ੍ਰਤੀਸ਼ਤ ਦੇ ਚਿੰਨ੍ਹ ਨਾਲ ਲਿਖ ਸਕਦੇ ਹਾਂ। ਇਸ ਤਰ੍ਹਾਂ ਬੱਚੇ ਨੇ 100 ਵਿੱਚੋਂ 90% ਅੰਕ ਪ੍ਰਾਪਤ ਕੀਤੇ। ਉਮੀਦ ਕਰਦਾ ਹਾਂ ਕਿ ਤੁਹਾਨੂੰ ਅਨੁਪਾਤ ਅਤੇ ਪ੍ਰਤੀਸ਼ਤ ਦੇ ਕਨਸੈਪਟ ਸਮਝ ਆ ਗਏ ਹੋਣਗੇ। ਪਿਆਰੇ ਬੱਚਿਓ, ਆਓ ਇੱਕ ਉਦਾਹਰਣ ਕਰਦੇ ਹਾਂ। ਕਿਸੇ ਸਕੂਲ ਵਿੱਚ ਜਮਾਤ 7ਵੀਂ ਦੇ ਲਈ ਪਿਕਨਿਕ ਦੀ ਯੋਜਨਾ ਬਣਾਈ ਜਾ ਰਹੀ ਹੈ। ਵਿਦਿਆਰਥੀਆਂ ਦੀ ਕੁੱਲ ਸੰਖਿਆ ਦਾ 60% ਲੜਕੀਆਂ ਹਨ ਅਤੇ ਇਹਨਾਂ ਦੀ ਸੰਖਿਆ 18 ਹੈ। ਜਮਾਤ ਵਿੱਚ ਲੜਕੀਆਂ ਦੀ ਸੰਖਿਆ ਦਾ ਲੜਕਿਆਂ ਦੀ ਸੰਖਿਆ ਨਾਲ ਅਨੁਪਾਤ ਪਤਾ ਕਰੋ। ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ 7ਵੀਂ ਜਮਾਤ ਦੇ ਬੱਚਿਆਂ ਦੇ ਲਈ ਪਿਕਨਿਕ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਵਿੱਚ ਵਿਦਿਆਰਥੀਆਂ ਦੀ ਕੁੱਲ ਸੰਖਿਆ ਦਾ 60% ਲੜਕੀਆਂ ਹਨ, ਜਿਨ੍ਹਾਂ ਦੀ ਸੰਖਿਆ ਸਾਨੂੰ 18 ਦਿੱਤੀ ਗਈ ਹੈ। ਅਸੀਂ ਲੜਕੀਆਂ ਅਤੇ ਲੜਕਿਆਂ ਦੀ ਸੰਖਿਆ ਦਾ ਅਨੁਪਾਤ ਪਤਾ ਕਰਨਾ ਹੈ। ਤਾਂ ਆਓ ਕਰਦੇ ਹਾਂ। ਕਿਉਂਕਿ ਜਮਾਤ ਦੇ ਵਿੱਚ ਵਿਦਿਆਰਥੀਆਂ ਦੀ ਕੁੱਲ ਸੰਖਿਆ ਸਾਨੂੰ ਪਤਾ ਨਹੀਂ ਹੈ, ਇਸ ਲਈ ਅਸੀਂ ਮੰਨ ਲੈਂਦੇ ਹਾਂ ਕਿ ਕੁੱਲ ਵਿਦਿਆਰਥੀਆਂ ਦੀ ਸੰਖਿਆ x ਹੈ ਅਤੇ ਜਿਸ ਵਿੱਚ 60% ਲੜਕੀਆਂ ਹਨ। ਹੁਣ ਸਾਨੂੰ ਪ੍ਰਸ਼ਨ ਵਿੱਚ ਦਿੱਤਾ ਗਿਆ ਹੈ ਵਿਦਿਆਰਥੀਆਂ ਦੀ ਕੁੱਲ ਸੰਖਿਆ ਦਾ 60% ਲੜਕੀਆਂ ਹਨ। ਇਸ ਲਈ ਸਾਡੇ ਕੋਲ ਵਿਦਿਆਰਥੀਆਂ ਦੀ ਸੰਖਿਆ ਹੈ x ਅਤੇ ਇਸ ਦਾ 60% ਲੜਕੀਆਂ ਹਨ ਅਤੇ ਜਿਨ੍ਹਾਂ ਦੀ ਸੰਖਿਆ ਸਾਨੂੰ 18 ਦਿੱਤੀ ਗਈ ਹੈ। ਪਿਆਰੇ ਬੱਚਿਓ, ਅਸੀਂ ਲਿਖਦੇ ਹਾਂ x ਅਤੇ ਦਾ ਦੇ ਲਈ ਅਸੀਂ ਗੁਣਾ ਦਾ ਨਿਸ਼ਾਨ ਵਰਤਦੇ ਹਾਂ। 60% ਯਾਨੀ 60/100 ਬਰਾਬਰ 18। ਹੁਣ ਅਸੀਂ 60 ਅਤੇ x ਦੀ ਗੁਣਾ ਕਰ ਲੈਂਦੇ ਹਾਂ। ਇਹ ਸਾਡੇ ਕੋਲ 60x ਆ ਜਾਂਦਾ ਹੈ ਬਟਾ 100 ਬਰਾਬਰ 18। ਹੁਣ ਕਿਉਂਕਿ ਅਸੀਂ x ਦਾ ਮੁੱਲ ਪਤਾ ਕਰਨਾ ਹੈ ਅਤੇ ਅਸੀਂ ਜਾਣਦੇ ਹਾਂ ਕਿ x ਦਾ ਮੁੱਲ ਪਤਾ ਕਰਨ ਦੇ ਲਈ x ਦਾ ਜੋ ਗੁਣਾਂਕ ਹੈ 60/100 ਉਸ ਨੂੰ ਅਸੀਂ ਸੱਜੇ ਪਾਸੇ ਤਿਰਛੀ ਗੁਣਾ ਕਰ ਦੇਵਾਂਗੇ। ਆਓ ਤਿਰਛੀ ਗੁਣਾ ਕਰਦੇ ਹਾਂ। x ਬਰਾਬਰ 18 ਗੁਣਾ 100/60। ਪਿਆਰੇ ਬੱਚਿਓ, 0 ਨੂੰ 0 ਨਾਲ ਕੱਟ ਦਿੰਦੇ ਹਾਂ ਅਤੇ 6 ਦੇ ਪਹਾੜੇ ਤੇ 18 ਨੂੰ ਕੱਟਣ ਤੇ ਸਾਨੂੰ 3 ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ x ਬਰਾਬਰ 3 ਨੂੰ 10 ਨਾਲ ਗੁਣਾ ਕਰਨ ਤੇ ਸਾਨੂੰ 30 ਪ੍ਰਾਪਤ ਹੋਇਆ। ਅਰਥਾਤ ਕੁੱਲ ਵਿਦਿਆਰਥੀਆਂ ਦੀ ਸੰਖਿਆ ਸਾਨੂੰ 30 ਪ੍ਰਾਪਤ ਹੋਈ। ਹੁਣ ਅਸੀਂ ਲੜਕਿਆਂ ਦੀ ਸੰਖਿਆ ਪਤਾ ਕਰਨੀ ਹੈ ਅਤੇ ਅਸੀਂ ਜਾਣਦੇ ਹਾਂ ਸਾਡੇ ਕੋਲ ਕੁੱਲ ਵਿਦਿਆਰਥੀਆਂ ਦੀ ਸੰਖਿਆ 30 ਆ ਚੁੱਕੀ ਹੈ ਅਤੇ ਲੜਕੀਆਂ ਦੀ ਸੰਖਿਆ ਸਾਡੇ ਕੋਲ 18 ਹੈ। ਇਸ ਲਈ ਅਸੀਂ 30 ਵਿੱਚੋਂ 18 ਘਟਾ ਕੇ ਲੜਕਿਆਂ ਦੀ ਸੰਖਿਆ ਪ੍ਰਾਪਤ ਕਰਦੇ ਹਾਂ। ਆਓ ਕਰੀਏ। ਲੜਕਿਆਂ ਦੀ ਸੰਖਿਆ ਬਰਾਬਰ 30 ਮਾਈਨਸ ਲੜਕੀਆਂ ਦੀ ਸੰਖਿਆ 18। ਇਸ ਤਰ੍ਹਾਂ ਸਾਡੇ ਕੋਲ 30 ਵਿੱਚੋਂ 18 ਨੂੰ ਘਟਾਉਣ ਤੇ 12 ਪ੍ਰਾਪਤ ਹੁੰਦਾ ਹੈ। ਅਰਥਾਤ ਜਮਾਤ ਵਿੱਚ ਲੜਕਿਆਂ ਦੀ ਸੰਖਿਆ 12 ਪ੍ਰਾਪਤ ਹੋਈ। ਹੁਣ ਅਸੀਂ ਲੜਕੀਆਂ ਦੀ ਸੰਖਿਆ ਅਤੇ ਲੜਕੀਆਂ ਦੀ ਸੰਖਿਆ ਦਾ ਅਨੁਪਾਤ ਪਤਾ ਕਰਨਾ ਹੈ। ਇਸ ਲਈ ਅਸੀਂ ਲਿਖਦੇ ਹਾਂ ਲੜਕੀਆਂ ਦੀ ਸੰਖਿਆ ਅਨੁਪਾਤ ਲੜਕਿਆਂ ਦੀ ਸੰਖਿਆ। ਅਸੀਂ ਜਾਣਦੇ ਹਾਂ ਸਾਨੂੰ ਲੜਕੀਆਂ ਦੀ ਸੰਖਿਆ 18 ਦਿੱਤੀ ਹੋਈ ਹੈ, ਅਨੁਪਾਤ ਲੜਕਿਆਂ ਦੀ ਸੰਖਿਆ 12। ਹੁਣ ਅਸੀਂ 18 ਅਨੁਪਾਤ 12 ਨੂੰ ਭਿੰਨ ਰੂਪ ਵਿੱਚ ਬਦਲ ਲੈਂਦੇ ਹਾਂ 18/12। ਹੁਣ ਅਸੀਂ 18 ਅਤੇ 12 ਨੂੰ 6 ਦੇ ਪਹਾੜੇ ਤੇ ਕੱਟ ਦਿੰਦੇ ਹਾਂ। ਇਸ ਤਰ੍ਹਾਂ ਸਾਨੂੰ 3/2 ਪ੍ਰਾਪਤ ਹੁੰਦਾ ਹੈ। ਸਾਨੂੰ ਪ੍ਰਾਪਤ ਹੋਇਆ 3/2 ਅਤੇ 3/2 ਨੂੰ ਅਸੀਂ ਅਨੁਪਾਤ ਰੂਪ ਵਿੱਚ ਲਿਖ ਲੈਂਦੇ ਹਾਂ 3:2। ਅਰਥਾਤ ਸਾਨੂੰ ਜਮਾਤ ਵਿੱਚ ਲੜਕੀਆਂ ਦੀ ਸੰਖਿਆ ਦਾ ਲੜਕਿਆਂ ਦੀ ਸੰਖਿਆ ਦੇ ਨਾਲ ਅਨੁਪਾਤ 3:2 ਪ੍ਰਾਪਤ ਹੋਇਆ। ਪਿਆਰੇ ਬੱਚਿਓ, ਆਓ ਅਭਿਆਸ 8.1 ਦਾ ਸਵਾਲ ਨੰਬਰ 1 ਕਰਦੇ ਹਾਂ। ਹੇਠ ਲਿਖਿਆਂ ਦਾ ਅਨੁਪਾਤ ਪਤਾ ਕਰੋ।
ਪਾਰਟ ਨੰਬਰ A, ਇੱਕ ਸਾਈਕਲ ਦੀ 15 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਦਾ ਇੱਕ ਸਕੂਟਰ ਦੀ 30 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ। ਅਸੀਂ ਸਾਈਕਲ ਦੀ ਗਤੀ ਦਾ ਸਕੂਟਰ ਦੀ ਗਤੀ ਦੇ ਨਾਲ ਅਨੁਪਾਤ ਪਤਾ ਕਰਨਾ ਹੈ। ਸਾਨੂੰ ਸਾਈਕਲ ਦੀ ਗਤੀ 15 ਕਿਲੋਮੀਟਰ ਪ੍ਰਤੀ ਘੰਟਾ ਦਿੱਤੀ ਹੋਈ ਹੈ ਅਤੇ ਸਕੂਟਰ ਦੀ ਗਤੀ ਸਾਨੂੰ 30 ਕਿਲੋਮੀਟਰ ਪ੍ਰਤੀ ਘੰਟਾ ਦਿੱਤੀ ਹੋਈ ਹੈ। ਅਨੁਪਾਤ ਪਤਾ ਕਰਨ ਦੇ ਲਈ ਅਸੀਂ ਇਹਨਾਂ ਨੂੰ ਭਿੰਨ ਰੂਪ ਵਿੱਚ ਲਿਖ ਲੈਂਦੇ ਹਾਂ 15/30, ਕਿਉਂਕਿ ਅਸੀਂ ਸਾਈਕਲ ਦੀ ਗਤੀ ਦਾ ਸਕੂਟਰ ਦੀ ਗਤੀ ਦੇ ਨਾਲ ਅਨੁਪਾਤ ਪਤਾ ਕਰਨਾ ਹੈ। ਇਸ ਲਈ ਸਾਈਕਲ ਦੀ ਗਤੀ ਨੂੰ ਅਸੀਂ ਅੰਸ਼ ਅਤੇ ਸਕੂਟਰ ਦੀ ਗਤੀ ਨੂੰ ਅਸੀਂ ਹਰ ਦੇ ਰੂਪ ਵਿੱਚ ਲਿਖਾਂਗੇ। 15 ਦੇ ਪਹਾੜੇ ਤੇ 30 ਨੂੰ ਕੱਟਣ ਤੇ ਸਾਨੂੰ 1/2 ਪ੍ਰਾਪਤ ਹੁੰਦਾ ਹੈ। ਹੁਣ ਅਸੀਂ 1/2 ਨੂੰ ਅਨੁਪਾਤ ਦੇ ਰੂਪ ਵਿੱਚ ਲਿਖ ਲਵਾਂਗੇ 1/2। ਇਸ ਤਰ੍ਹਾਂ ਸਾਨੂੰ ਸਾਈਕਲ ਦੀ ਗਤੀ ਦਾ ਸਕੂਟਰ ਦੀ ਗਤੀ ਦੇ ਨਾਲ ਅਨੁਪਾਤ 1/2 ਪ੍ਰਾਪਤ ਹੋਇਆ। ਪਾਰਟ ਨੰਬਰ B, 5 ਮੀਟਰ ਦਾ 10 ਕਿਲੋਮੀਟਰ ਨਾਲ। ਜਿਵੇਂ ਕਿ ਸਾਨੂੰ ਦੋ ਰਾਸ਼ੀਆਂ ਦਿੱਤੀਆਂ ਹਨ 5 ਮੀਟਰ ਅਤੇ 10 ਕਿਲੋਮੀਟਰ। ਅਸੀਂ ਇਹਨਾਂ ਦੋ ਰਾਸ਼ੀਆਂ ਦਾ ਅਨੁਪਾਤ ਪਤਾ ਕਰਨਾ ਹੈ। ਪਿਆਰੇ ਬੱਚਿਓ, ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਦੋ ਰਾਸ਼ੀਆਂ ਦਾ ਅਨੁਪਾਤ ਪਤਾ ਕਰੀਏ ਤਾਂ ਉਹਨਾਂ ਦੋ ਰਾਸ਼ੀਆਂ ਦੀਆਂ ਇਕਾਈਆਂ ਸਮਾਨ ਹੋਣੀਆਂ ਚਾਹੀਦੀਆਂ ਹਨ। ਅਸੀਂ ਦੇਖ ਰਹੇ ਹਾਂ ਸਾਨੂੰ ਇੱਕ ਰਾਸ਼ੀ ਮੀਟਰਾਂ ਵਿੱਚ ਦਿੱਤੀ ਗਈ ਹੈ ਅਤੇ ਦੂਜੀ ਰਾਸ਼ੀ ਕਿਲੋਮੀਟਰ ਵਿੱਚ ਦਿੱਤੀ ਗਈ ਹੈ। ਅਸੀਂ 10 ਕਿਲੋਮੀਟਰ ਨੂੰ ਮੀਟਰ ਵਿੱਚ ਬਦਲ ਦਿੰਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਹਨ ਅਤੇ 10 ਕਿਲੋਮੀਟਰ ਦੇ ਲਈ ਅਸੀਂ ਦੋਨੋਂ ਪਾਸੇ 10 ਨਾਲ ਗੁਣਾ ਕਰ ਦਿੰਦੇ ਹਾਂ, ਜਿਸ ਲਈ ਸਾਡੇ ਕੋਲ ਬਣ ਜਾਂਦਾ ਹੈ 10,000 ਮੀਟਰ। ਅਰਥਾਤ 10 ਕਿਲੋਮੀਟਰ ਵਿੱਚ 10,000 ਮੀਟਰ ਹੋਣਗੇ। ਹੁਣ ਕਿਉਂਕਿ ਸਾਡੀਆਂ ਦੋਨੋਂ ਰਾਸ਼ੀਆਂ ਦੀਆਂ ਇਕਾਈਆਂ ਸਮਾਨ ਹੋ ਚੁੱਕੀਆਂ ਹਨ, ਇਸ ਲਈ ਅਸੀਂ ਅਨੁਪਾਤ ਪਤਾ ਕਰ ਸਕਦੇ ਹਾਂ। ਹੁਣ ਅਸੀਂ ਲਿਖਦੇ ਹਾਂ ਅਨੁਪਾਤ ਅਤੇ ਅਸੀਂ 5 ਮੀਟਰ ਦਾ 10 ਕਿਲੋਮੀਟਰ ਨਾਲ ਅਨੁਪਾਤ ਪਤਾ ਕਰਨਾ ਹੈ। ਇਸ ਲਈ ਅਸੀਂ 5 ਮੀਟਰ ਨੂੰ ਪਹਿਲਾਂ ਲਿਖਾਂਗੇ ਅਤੇ ਉਸ ਦਾ ਬਟਾ 10,000 ਮੀਟਰ। ਹੁਣ ਅਸੀਂ 5 ਦੇ ਪਹਾੜੇ ਤੇ 10,000 ਨੂੰ ਕੱਟ ਸਕਦੇ ਹਾਂ। ਇਸ ਤਰ੍ਹਾਂ ਸਾਨੂੰ 1/2000 ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਅਨੁਪਾਤ ਦੇ ਵਿੱਚ ਬਦਲ ਲੈਂਦੇ ਹਾਂ 1/2000। ਅਰਥਾਤ 5 ਮੀਟਰ ਦਾ 10 ਕਿਲੋਮੀਟਰ ਨਾਲ ਅਨੁਪਾਤ ਸਾਨੂੰ 1/2000 ਪ੍ਰਾਪਤ ਹੋਇਆ। ਆਓ ਪਾਰਟ ਨੰਬਰ C ਕਰਦੇ ਹਾਂ, ਜਿਸ ਵਿੱਚ ਸਾਨੂੰ ਦੋ ਰਾਸ਼ੀਆਂ ਦਿੱਤੀਆਂ ਹਨ। ਇੱਕ ਰਾਸ਼ੀ ਹੈ 50 ਪੈਸੇ, ਜਿਸ ਦਾ ਅਸੀਂ ਅਨੁਪਾਤ 5 ਰੁਪਏ ਦੇ ਨਾਲ ਪਤਾ ਕਰਨਾ ਹੈ। ਇਸ ਦੇ ਵਿੱਚ ਵੀ ਸਾਨੂੰ ਇਕਾਈਆਂ ਵੱਖਰੀਆਂ ਵੱਖਰੀਆਂ ਦਿੱਤੀਆਂ ਹਨ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀਆਂ ਇਕਾਈਆਂ ਸਮਾਨ ਕਰ ਲੈਂਦੇ ਹਾਂ। ਅਸੀਂ ਜਾਣਦੇ ਹਾਂ ਕਿ 1 ਰੁਪਏ ਦੇ ਵਿੱਚ 100 ਪੈਸੇ ਹੁੰਦੇ ਹਨ ਅਤੇ 5 ਰੁਪਏ ਦੇ ਲਈ 500 ਪੈਸੇ ਹੋਣਗੇ। ਹੁਣ ਅਸੀਂ 50 ਪੈਸੇ ਦਾ 5 ਰੁਪਏ ਦੇ ਨਾਲ ਅਨੁਪਾਤ ਪਤਾ ਕਰਨਾ ਹੈ। ਇਸ ਲਈ ਅਸੀਂ ਪਹਿਲਾਂ 50 ਪੈਸੇ ਲਿਖ ਲੈਂਦੇ ਹਾਂ ਬਟਾ 5 ਰੁਪਏ, ਜੋ ਕਿ ਅਸੀਂ ਪਤਾ ਕਰ ਚੁੱਕੇ ਹਾਂ 500 ਪੈਸੇ ਦੇ ਬਰਾਬਰ ਹਨ। ਇਸ ਤਰ੍ਹਾਂ 50 ਨੂੰ 500 ਨਾਲ ਕੱਟਣ ਤੇ ਸਾਨੂੰ 1/10 ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ 1/10 ਨੂੰ ਅਸੀਂ ਅਨੁਪਾਤ ਦੇ ਵਿੱਚ ਲਿਖ ਲੈਂਦੇ ਹਾਂ 1/10। 50 ਪੈਸੇ ਦਾ 5 ਰੁਪਏ ਦੇ ਨਾਲ ਅਨੁਪਾਤ ਸਾਨੂੰ 1/10 ਪ੍ਰਾਪਤ ਹੋਇਆ। ਹੇਠਾਂ ਲਿਖੇ ਅਨੁਪਾਤਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ। ਸਾਨੂੰ ਪਾਰਟ A ਦੇ ਵਿੱਚ 3:4 ਦਿੱਤਾ ਗਿਆ ਹੈ ਅਤੇ ਪਾਰਟ B ਵਿੱਚ 2:3 ਦਿੱਤਾ ਗਿਆ ਹੈ। ਅਸੀਂ ਇਹਨਾਂ ਅਨੁਪਾਤਾਂ ਨੂੰ ਪ੍ਰਤੀਸ਼ਤ ਦੇ ਵਿੱਚ ਬਦਲਣਾ ਹੈ। ਤਾਂ ਆਓ ਕਰਦੇ ਹਾਂ। ਪਾਰਟ A 3:4। ਪਿਆਰੇ ਬੱਚਿਓ, ਅਸੀਂ 3:4 ਨੂੰ ਭਿੰਨ ਰੂਪ ਵਿੱਚ ਲਿਖ ਸਕਦੇ ਹਾਂ 3/4 ਅਤੇ ਅਸੀਂ ਹੁਣ ਪ੍ਰਤੀਸ਼ਤ ਰੂਪ ਵਿੱਚ ਬਦਲਣਾ ਹੈ। ਇਸ ਲਈ ਅਸੀਂ 100 ਨਾਲ ਗੁਣਾ ਕਰ ਦੇਵਾਂਗੇ ਅਤੇ 100 ਨਾਲ ਭਾਗ ਕਰ ਦੇਵਾਂਗੇ। ਅਸੀਂ 4 ਦੇ ਪਹਾੜੇ ਤੇ 100 ਨੂੰ ਕੱਟ ਦਿੰਦੇ ਹਾਂ
ਜਿਸ ਤੋਂ ਸਾਨੂੰ 25 ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਸਾਨੂੰ 3 ਨੂੰ 25 ਨਾਲ ਗੁਣਾ ਕਰਨ ਤੇ 75 ਪ੍ਰਾਪਤ ਹੁੰਦਾ ਹੈ ਬਟਾ 100। ਅਸੀਂ ਜਾਣਦੇ ਹਾਂ ਕਿ ਅਸੀਂ 1/100 ਨੂੰ ਪ੍ਰਤੀਸ਼ਤ ਦੇ ਰੂਪ ਵਿੱਚ ਲਿਖ ਸਕਦੇ ਹਾਂ, ਇਸ ਲਈ ਸਾਨੂੰ 75% ਪ੍ਰਾਪਤ ਹੋਇਆ। ਪਾਰਟ B, ਜਿਸ ਵਿੱਚ ਸਾਨੂੰ ਅਨੁਪਾਤ 2:3 ਦਿੱਤਾ ਗਿਆ ਹੈ ਅਤੇ ਅਸੀਂ ਇਸ ਨੂੰ ਭਿੰਨ ਰੂਪ ਵਿੱਚ ਲਿਖ ਲੈਂਦੇ ਹਾਂ। ਹੁਣ ਪ੍ਰਤੀਸ਼ਤ ਦੇ ਵਿੱਚ ਬਦਲਣ ਦੇ ਲਈ ਅਸੀਂ ਇਸ ਨੂੰ 100 ਨਾਲ ਗੁਣਾ ਕਰ ਦਿੰਦੇ ਹਾਂ ਅਤੇ 100 ਨਾਲ ਭਾਗ ਕਰ ਦਿੰਦੇ ਹਾਂ। 100 ਨੂੰ 200 ਨਾਲ ਗੁਣਾ ਕਰਨ ਤੇ 200/3 ਗੁਣਾ 1/100। ਪਿਆਰੇ ਬੱਚਿਓ, ਅਸੀਂ ਜਾਣਦੇ ਹਾਂ ਕਿ 1/100 ਨੂੰ ਅਸੀਂ ਪ੍ਰਤੀਸ਼ਤ ਦੇ ਰੂਪ ਵਿੱਚ ਲਿਖ ਸਕਦੇ ਹਾਂ। ਹੁਣ ਅਸੀਂ ਇਸ ਨੂੰ ਹੋਰ ਵੀ ਹੱਲ ਕਰ ਸਕਦੇ ਹਾਂ। 200 ਨੂੰ ਅਸੀਂ 3 ਨਾਲ ਭਾਗ ਕਰ ਸਕਦੇ ਹਾਂ। ਆਓ ਦੇਖਦੇ ਹਾਂ। 200 ਨੂੰ ਅਸੀਂ 3 ਨਾਲ ਭਾਗ ਕਰਦੇ ਹਾਂ। 3 ਦਾ ਪਹਾੜਾ 6 ਤੱਕ ਪੜਨ ਤੇ 18, ਇਸ ਤਰ੍ਹਾਂ 2 ਬਚ ਜਾਂਦਾ ਹੈ ਅਤੇ 0 ਨੂੰ ਉਤਾਰਨ ਤੇ 20 ਬਣ ਜਾਂਦਾ ਹੈ। ਹੁਣ ਅਸੀਂ 3 ਦਾ ਪਹਾੜਾ 6 ਤੱਕ ਪੜ੍ਹਦੇ ਹਾਂ ਅਤੇ ਸਾਨੂੰ 18 ਪ੍ਰਾਪਤ ਹੁੰਦਾ ਹੈ। 20 ਵਿੱਚੋਂ 18 ਨੂੰ ਘਟਾਉਣ ਤੇ ਬਾਕੀ 2 ਪ੍ਰਾਪਤ ਹੋਇਆ। ਇਸ ਲਈ ਅਸੀਂ 200/3 ਪ੍ਰਤੀਸ਼ਤ ਨੂੰ 66 2/3 ਪ੍ਰਤੀਸ਼ਤ ਵੀ ਲਿਖ ਸਕਦੇ ਹਾਂ। ਕੁਐਸਚਨ ਨੰਬਰ 3, 25 ਵਿਦਿਆਰਥੀਆਂ ਵਿੱਚੋਂ 72% ਵਿਦਿਆਰਥੀ ਗਣਿਤ ਵਿੱਚ ਚੰਗੇ ਹਨ। ਕਿੰਨੇ ਵਿਦਿਆਰਥੀ ਗਣਿਤ ਵਿੱਚ ਚੰਗੇ ਨਹੀਂ ਹਨ? ਪਿਆਰੇ ਬੱਚਿਓ, ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ 25 ਵਿਦਿਆਰਥੀਆਂ ਵਿੱਚੋਂ 72% ਵਿਦਿਆਰਥੀ ਗਣਿਤ ਵਿੱਚ ਚੰਗੇ ਹਨ। ਅਰਥਾਤ 25 ਦਾ 72% ਵਿਦਿਆਰਥੀ ਗਣਿਤ ਵਿੱਚ ਚੰਗੇ ਹਨ। ਇਸ ਲਈ ਅਸੀਂ ਲਿਖਦੇ ਹਾਂ ਵਿਦਿਆਰਥੀਆਂ ਦੀ ਸੰਖਿਆ ਜੋ ਗਣਿਤ ਵਿੱਚ ਚੰਗੇ ਹਨ 25 ਦਾ 72%। ਅਤੇ ਅਸੀਂ ਜਾਣਦੇ ਹਾਂ ਕਿ 25 ਦਾ ਦੀ ਜਗ੍ਹਾ ਤੇ ਅਸੀਂ ਗੁਣਾ ਦਾ ਨਿਸ਼ਾਨ ਲਿਖਦੇ ਹਾਂ 72 ਅਤੇ ਪ੍ਰਤੀਸ਼ਤ ਦੀ ਜਗ੍ਹਾ ਤੇ ਅਸੀਂ 1/100 ਲਿਖਦੇ ਹਾਂ। ਹੁਣ 25 ਦੇ ਪਹਾੜੇ ਤੇ 100 ਨੂੰ ਕੱਟਣ ਤੇ 4 ਅਤੇ 4 ਦੇ ਪਹਾੜੇ ਤੇ 72 ਨੂੰ ਕੱਟਣ ਤੇ 18। ਇਸ ਲਈ ਸਾਨੂੰ ਵਿਦਿਆਰਥੀਆਂ ਦੀ ਸੰਖਿਆ 18 ਪ੍ਰਾਪਤ ਹੋਈ ਜੋ ਕਿ ਗਣਿਤ ਵਿੱਚ ਚੰਗੇ ਹਨ। ਹੁਣ ਅਸੀਂ ਉਹ ਬੱਚੇ ਪਤਾ ਕਰਨੇ ਹਨ ਜੋ ਗਣਿਤ ਵਿੱਚ ਚੰਗੇ ਨਹੀਂ ਹਨ, ਕਿਉਂਕਿ ਸਾਨੂੰ ਕੁੱਲ ਵਿਦਿਆਰਥੀਆਂ ਦੀ ਸੰਖਿਆ 25 ਦਿੱਤੀ ਹੈ ਅਤੇ ਉਸ ਵਿੱਚੋਂ 18 ਵਿਦਿਆਰਥੀ ਗਣਿਤ ਵਿੱਚ ਚੰਗੇ ਹਨ। ਇਸ ਲਈ ਅਸੀਂ ਉਹ ਵਿਦਿਆਰਥੀ ਜੋ ਗਣਿਤ ਵਿੱਚ ਚੰਗੇ ਨਹੀਂ ਹਨ ਉਹਨਾਂ ਦੀ ਸੰਖਿਆ 25 ਵਿੱਚੋਂ 18 ਨੂੰ ਘਟਾ ਕੇ ਪ੍ਰਾਪਤ ਕਰ ਲਵਾਂਗੇ। ਤਾਂ ਆਓ ਕਰਦੇ ਹਾਂ। ਵਿਦਿਆਰਥੀਆਂ ਦੀ ਸੰਖਿਆ ਜੋ ਗਣਿਤ ਵਿੱਚ ਚੰਗੇ ਨਹੀਂ ਹਨ। ਇਸ ਦੇ ਲਈ ਅਸੀਂ ਕੁੱਲ ਵਿਦਿਆਰਥੀਆਂ ਦੀ ਸੰਖਿਆ 25 ਦੇ ਵਿੱਚੋਂ ਗਣਿਤ ਵਿੱਚ ਚੰਗੇ ਵਿਦਿਆਰਥੀਆਂ ਦੀ ਸੰਖਿਆ ਜੋ ਕਿ 18 ਹੈ ਘਟਾ ਦਿੰਦੇ ਹਾਂ। ਇਸ ਤਰ੍ਹਾਂ ਸਾਨੂੰ 25 ਵਿੱਚੋਂ 18 ਨੂੰ ਘਟਾਉਣ ਤੇ 7 ਪ੍ਰਾਪਤ ਹੁੰਦਾ ਹੈ। ਅਰਥਾਤ ਵਿਦਿਆਰਥੀਆਂ ਦੀ ਸੰਖਿਆ ਜੋ ਗਣਿਤ ਵਿੱਚ ਚੰਗੇ ਨਹੀਂ ਹਨ ਉਹ ਸਾਨੂੰ 7 ਪ੍ਰਾਪਤ ਹੋਈ। ਹੁਣ ਪ੍ਰਤੀਸ਼ਤ ਦੇ ਵਿੱਚ ਪਤਾ ਕਰਨ ਦੇ ਲਈ ਅਸੀਂ ਲਿਖਦੇ ਹਾਂ 7/25, ਕਿਉਂਕਿ ਕੁੱਲ ਵਿਦਿਆਰਥੀ 25 ਹਨ ਅਤੇ ਉਹਨਾਂ ਵਿੱਚੋਂ 7 ਵਿਦਿਆਰਥੀ ਜੋ ਗਣਿਤ ਵਿੱਚੋਂ ਚੰਗੇ ਨਹੀਂ ਹਨ। ਹੁਣ ਅਸੀਂ ਪ੍ਰਤੀਸ਼ਤ ਪਤਾ ਕਰਨ ਦੇ ਲਈ 100 ਨਾਲ ਗੁਣਾ ਅਤੇ 100 ਨਾਲ ਭਾਗ ਕਰ ਦਿੰਦੇ ਹਾਂ। 25 ਦੇ ਪਹਾੜੇ ਤੇ 100 ਨੂੰ ਕੱਟਣ ਤੇ 4 ਅਤੇ 7 ਨੂੰ 4 ਨਾਲ ਗੁਣਾ ਕਰਨ ਤੇ 28 ਗੁਣਾ 1/100 ਬਰਾਬਰ 28 ਅਤੇ 1/100 ਦੀ ਜਗ੍ਹਾ ਤੇ ਅਸੀਂ ਪ੍ਰਤੀਸ਼ਤ ਲਿਖ ਸਕਦੇ ਹਾਂ। ਅਰਥਾਤ ਸਾਨੂੰ ਉਹਨਾਂ ਵਿਦਿਆਰਥੀਆਂ ਦੀ ਸੰਖਿਆ ਪ੍ਰਾਪਤ ਹੋਈ ਜੋ ਕਿ ਗਣਿਤ ਵਿੱਚੋਂ ਚੰਗੇ ਨਹੀਂ ਹਨ। ਉਹ ਸੰਖਿਆ ਹੈ 28%। ਕੁਐਸਚਨ ਨੰਬਰ 4, ਇੱਕ ਫੁੱਟਬਾਲ ਟੀਮ ਨੇ ਕੁੱਲ ਜਿੰਨੇ ਮੈਚ ਖੇਡੇ ਉਹਨਾਂ ਵਿੱਚੋਂ 10 ਮੈਚਾਂ ਵਿੱਚ ਜਿੱਤ ਹਾਸਲ ਕੀਤੀ। ਪਿਆਰੇ ਬੱਚਿਓ, ਸਾਨੂੰ ਦਿੱਤਾ ਗਿਆ ਹੈ ਕਿ ਕਿਸੇ ਟੀਮ ਨੇ ਕੁੱਲ ਜਿੰਨੇ ਮੈਚ ਖੇਡੇ ਉਹਨਾਂ ਵਿੱਚੋਂ 10 ਮੈਚਾਂ ਵਿੱਚ ਜਿੱਤ ਹਾਸਲ ਕੀਤੀ। ਜੇ ਉਹਨਾਂ ਦੀ ਜਿੱਤ ਦਾ ਪ੍ਰਤੀਸ਼ਤ 40 ਸੀ ਤਾਂ ਉਸ ਟੀਮ ਨੇ ਕੁੱਲ ਕਿੰਨੇ ਮੈਚ ਖੇਡੇ? ਅਸੀਂ ਪਤਾ ਕਰਨਾ ਹੈ ਕਿ ਟੀਮ ਨੇ ਕੁੱਲ ਕਿੰਨੇ ਮੈਚ ਖੇਡੇ। ਇਸ ਲਈ ਅਸੀਂ ਮੰਨ ਲੈਂਦੇ ਹਾਂ, ਮੰਨ ਲਓ ਖੇਡੇ ਗਏ ਮੈਚਾਂ ਦੀ ਕੁੱਲ ਸੰਖਿਆ
x ਹੈ ਅਤੇ ਸਾਨੂੰ ਜਿੱਤ ਪ੍ਰਤੀਸ਼ਤ ਦਿੱਤਾ ਹੋਇਆ ਹੈ, ਜਿੱਤ ਦਾ ਪ੍ਰਤੀਸ਼ਤ 40 ਅਤੇ ਜਿੱਤੇ ਗਏ ਮੈਚਾਂ ਦੀ ਕੁੱਲ ਸੰਖਿਆ ਸਾਨੂੰ ਦਿੱਤੀ ਹੋਈ ਹੈ 10। ਹੁਣ ਪ੍ਰਸ਼ਨ ਅਨੁਸਾਰ ਸਾਨੂੰ ਦਿੱਤਾ ਹੈ ਕਿ ਟੀਮ ਨੇ ਕੁੱਲ ਮੈਚਾਂ ਦਾ 40% ਜਿੱਤ ਹਾਸਲ ਕੀਤੀ, ਇਸ ਲਈ ਅਸੀਂ ਲਿਖਦੇ ਹਾਂ ਕੁੱਲ ਮੈਚਾਂ ਦੀ ਸੰਖਿਆ ਦਾ 40% ਜੋ ਕਿ ਸਾਨੂੰ 10 ਦਿੱਤਾ ਹੋਇਆ ਹੈ। ਹੁਣ x ਅਤੇ ਦਾ ਲਈ ਅਸੀਂ ਗੁਣਾ ਦਾ ਨਿਸ਼ਾਨ ਵਰਤਦੇ ਹਾਂ, 40% ਦੇ ਲਈ ਅਸੀਂ ਬਟਾ 100 ਲਿਖ ਲੈਂਦੇ ਹਾਂ ਬਰਾਬਰ 10। ਹੁਣ ਅਸੀਂ x ਦਾ ਮੁੱਲ ਪਤਾ ਕਰਨ ਦੇ ਲਈ 40/100 ਦੀ ਦੂਸਰੀ ਸਾਈਡ ਤਿਰਛੀ ਗੁਣਾ ਕਰ ਦਿੰਦੇ ਹਾਂ। ਇਸ ਤਰ੍ਹਾਂ x ਬਰਾਬਰ 10 ਗੁਣਾ 100 ਬਟਾ 40 ਪ੍ਰਾਪਤ ਹੁੰਦਾ ਹੈ। 0 ਨਾਲ 0 ਕੱਟ ਜਾਂਦੀ ਹੈ ਅਤੇ 4 ਦੇ ਪਹਾੜੇ ਤੇ 100 ਨੂੰ ਕੱਟਣ ਤੇ ਸਾਨੂੰ 25 ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ x ਬਰਾਬਰ ਸਾਨੂੰ 25 ਪ੍ਰਾਪਤ ਹੋਇਆ। ਟੀਮ ਦੁਆਰਾ ਜਿੱਤੇ ਗਏ ਕੁੱਲ ਮੈਚਾਂ ਦੀ ਸੰਖਿਆ ਸਾਨੂੰ 25 ਪ੍ਰਾਪਤ ਹੋਈ। ਆਓ ਕਰਦੇ ਹਾਂ ਕੁਐਸਚਨ ਨੰਬਰ 5। ਜੇ ਚਮੇਲੀ ਕੋਲ ਆਪਣੀ ਰਕਮ ਦਾ 75% ਖਰਚ ਕਰਨ ਦੇ ਬਾਅਦ 600 ਰੁਪਏ ਬਚੇ ਤਾਂ ਪਤਾ ਕਰੋ ਕਿ ਉਸ ਦੇ ਕੋਲ ਸ਼ੁਰੂ ਵਿੱਚ ਕਿੰਨੀ ਰਕਮ ਸੀ। ਪਿਆਰੇ ਬੱਚਿਓ, ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ ਚਮੇਲੀ ਕੋਲ ਜੋ ਸ਼ੁਰੂ ਦੀ ਰਕਮ ਸੀ ਉਸ ਦੇ ਵਿੱਚੋਂ ਉਸਨੇ 75 ਖਰਚ ਕਰ ਲਏ ਅਤੇ ਹੁਣ ਉਸ ਕੋਲ 600 ਰੁਪਏ ਬਚੇ ਹਨ। ਅਸੀਂ ਉਸ ਦੀ ਸ਼ੁਰੂ ਦੀ ਰਕਮ ਪਤਾ ਕਰਨੀ ਹੈ ਤਾਂ ਆਓ ਮੰਨ ਲੈਂਦੇ ਹਾਂ ਚਮੇਲੀ ਕੋਲ ਸ਼ੁਰੂ ਵਿੱਚ ਰਕਮ x ਰੁਪਏ ਸੀ ਅਤੇ ਹੁਣ ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ ਚਮੇਲੀ ਨੇ ਆਪਣੀ ਕੁੱਲ ਰਕਮ ਦਾ 75% ਖਰਚ ਕਰ ਲਿਆ ਅਤੇ ਉਸ ਕੋਲ 600 ਰੁਪਏ ਬਚੇ। ਇਸ ਨੂੰ ਅਸੀਂ ਲਿਖ ਸਕਦੇ ਹਾਂ x ਮਾਈਨਸ x ਦਾ 75% ਬਰਾਬਰ 600 ਰੁਪਏ। ਪਿਆਰੇ ਬੱਚਿਓ, ਚਮੇਲੀ ਕੋਲ ਕੁੱਲ ਰਕਮ x ਸੀ ਅਤੇ ਉਸਨੇ ਇਸ ਰਕਮ ਦੇ ਵਿੱਚੋਂ 75% ਖਰਚ ਕਰ ਲਿਆ ਤਾਂ ਉਸ ਕੋਲ 600 ਰੁਪਏ ਬਚੇ ਜੋ ਸਾਨੂੰ ਪ੍ਰਸ਼ਨ ਅਨੁਸਾਰ ਦਿੱਤਾ ਗਿਆ ਹੈ। ਅਸੀਂ ਇਸ ਨੂੰ ਹੱਲ ਕਰ ਲੈਂਦੇ ਹਾਂ। x ਦਾ ਮਤਲਬ ਗੁਣਾ ਅਤੇ 75% ਅਰਥਾਤ 75/100 ਬਰਾਬਰ 600। ਹੁਣ ਅਸੀਂ ਲਿਖਦੇ ਹਾਂ 75x/100 ਕਿਉਂਕਿ ਅਸੀਂ 75 ਨੂੰ x ਨਾਲ ਗੁਣਾ ਕਰ ਦਿੱਤਾ ਹੈ ਬਰਾਬਰ 600। ਹੁਣ ਅਸੀਂ ਐਲਸੀਐਮ 100 ਲੈ ਲਵਾਂਗੇ ਅਤੇ ਅਸੀਂ ਜਾਣਦੇ ਹਾਂ ਕਿ x ਦਾ ਹਰ ਇੱਕ ਹੈ। 100 ਨੂੰ 1 ਨਾਲ ਭਾਗ ਕਰਨ ਤੇ 100 ਅਤੇ 100 ਨੂੰ x ਨਾਲ ਗੁਣਾ ਕਰਨ ਤੇ 100x। ਇਸ ਤਰ੍ਹਾਂ 100 ਨੂੰ 100 ਨਾਲ ਭਾਗ ਕਰਨ ਤੇ 1 ਅਤੇ 1 ਨੂੰ 75x ਨਾਲ ਗੁਣਾ ਕਰਨ ਤੇ 75x ਬਰਾਬਰ 600। ਹੁਣ ਅਸੀਂ 100x ਵਿੱਚੋਂ 75x ਘਟਾ ਦਿੰਦੇ ਹਾਂ, ਸਾਡੇ ਕੋਲ 25x ਬਚ ਜਾਂਦਾ ਹੈ ਬਟਾ 100 ਬਰਾਬਰ 600। ਹੁਣ ਕਿਉਂਕਿ ਅਸੀਂ x ਦਾ ਮੁੱਲ ਪਤਾ ਕਰਨਾ ਹੈ ਅਤੇ x ਦਾ ਮੁੱਲ ਪਤਾ ਕਰਨ ਦੇ ਲਈ ਅਸੀਂ ਜਾਣਦੇ ਹਾਂ ਕਿ ਜੋ x ਦਾ ਗੁਣਾਂਕ ਹੈ ਉਸ ਦੀ ਅਸੀਂ ਦੂਸਰੀ ਸਾਈਡ ਤਿਰਛੀ ਗੁਣਾ ਕਰ ਦਿੰਦੇ ਹਾਂ, ਅਰਥਾਤ 25/100 ਦੀ ਤਿਰਛੀ ਗੁਣਾ ਅਸੀਂ 600 ਨਾਲ ਕਰ ਦਿੰਦੇ ਹਾਂ। ਇਸ ਤਰ੍ਹਾਂ ਸਾਨੂੰ ਪ੍ਰਾਪਤ ਹੁੰਦਾ ਹੈ x ਬਰਾਬਰ 600 ਗੁਣਾ 100 ਬਟਾ 25। ਹੁਣ ਅਸੀਂ 25 ਦੇ ਪਹਾੜੇ ਤੇ 100 ਨੂੰ ਕੱਟ ਦਿੰਦੇ ਹਾਂ, ਸਾਨੂੰ ਪ੍ਰਾਪਤ ਹੁੰਦਾ ਹੈ 4। ਇਸ ਤਰ੍ਹਾਂ x ਬਰਾਬਰ 600 ਨੂੰ 4 ਨਾਲ ਗੁਣਾ ਕਰਨ ਤੇ 2400। ਇਸ ਤਰ੍ਹਾਂ ਅਸੀਂ ਪ੍ਰਾਪਤ ਕੀਤਾ ਕਿ x ਦਾ ਮੁੱਲ 2400 ਹੈ, ਅਰਥਾਤ ਚਮੇਲੀ ਕੋਲ ਸ਼ੁਰੂ ਵਿੱਚ ਰਕਮ 2400 ਰੁਪਏ ਸੀ। ਆਓ ਕਰਦੇ ਹਾਂ ਕੁਐਸਚਨ ਨੰਬਰ 6। ਜੇ ਕਿਸੇ ਸ਼ਹਿਰ ਵਿੱਚ 60% ਵਿਅਕਤੀ ਕ੍ਰਿਕਟ ਪਸੰਦ ਕਰਦੇ ਹਨ, 30% ਫੁੱਟਬਾਲ ਪਸੰਦ ਕਰਦੇ ਹਨ ਅਤੇ ਬਾਕੀ ਹੋਰ ਖੇਡਾਂ ਪਸੰਦ ਕਰਦੇ ਹਨ, ਤਾਂ ਪਤਾ ਕਰੋ ਕਿ ਕਿੰਨੇ ਪ੍ਰਤੀਸ਼ਤ ਵਿਅਕਤੀ ਹੋਰ ਖੇਡਾਂ ਪਸੰਦ ਕਰਦੇ ਹਨ। ਜੇ ਕੁੱਲ ਵਿਅਕਤੀ 50 ਲੱਖ ਹਨ ਤਾਂ ਹਰੇਕ ਤਰ੍ਹਾਂ ਦੀ ਖੇਡ ਨੂੰ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਅਸਲ ਸੰਖਿਆ ਪਤਾ ਕਰੋ। ਪਿਆਰੇ ਬੱਚਿਓ, ਸਾਨੂੰ 3 ਤਰ੍ਹਾਂ ਦੇ ਵਿਅਕਤੀ ਦਿੱਤੇ ਗਏ ਹਨ। ਕ੍ਰਿਕਟ ਪਸੰਦ ਕਰਨ ਵਾਲੇ,
ਫੁੱਟਬਾਲ ਪਸੰਦ ਕਰਨ ਵਾਲੇ ਅਤੇ ਹੋਰ ਖੇਡਾਂ ਪਸੰਦ ਕਰਨ ਵਾਲੇ। ਹੁਣ ਅਸੀਂ ਜਾਣਦੇ ਹਾਂ ਕਿ ਤਿੰਨਾਂ ਤਰ੍ਹਾਂ ਦੇ ਵਿਅਕਤੀਆਂ ਦੀ ਕੁੱਲ ਸੰਖਿਆ 100% ਹੋਵੇਗੀ। ਹੁਣ ਅਸੀਂ ਹੋਰ ਖੇਡਾਂ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਪਤਾ ਕਰਨੀ ਹੈ। ਇਸ ਲਈ ਅਸੀਂ 100% ਦੇ ਵਿੱਚੋਂ ਕ੍ਰਿਕਟ ਅਤੇ ਫੁੱਟਬਾਲ ਪਸੰਦ ਕਰਨ ਵਾਲੇ ਵਿਅਕਤੀਆਂ ਨੂੰ ਘਟਾ ਦਿੰਦੇ ਹਾਂ। ਤਾਂ ਆਓ ਲਿਖਦੇ ਹਾਂ 100 ਘਟਾਓ ਕ੍ਰਿਕਟ ਪਸੰਦ ਕਰਨ ਵਾਲੇ 60% ਅਤੇ ਫੁੱਟਬਾਲ ਪਸੰਦ ਕਰਨ ਵਾਲੇ 30%। ਇਹਨਾਂ ਨੂੰ ਅਸੀਂ 100% ਵਿੱਚੋਂ ਘਟਾ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਕੋਲ 100 ਵਿੱਚੋਂ 60 ਅਤੇ 30 ਨੂੰ ਘਟਾਉਣ ਤੇ 10% ਬਚ ਜਾਂਦਾ ਹੈ। ਅਰਥਾਤ ਵਿਅਕਤੀਆਂ ਦਾ ਪ੍ਰਤੀਸ਼ਤ ਜੋ ਹੋਰ ਖੇਡਾਂ ਪਸੰਦ ਕਰਦੇ ਹਨ ਉਹ ਸਾਡੇ ਕੋਲ 10% ਵਿਅਕਤੀ ਅਜਿਹੇ ਹਨ ਜੋ ਹੋਰ ਖੇਡਾਂ ਪਸੰਦ ਕਰਦੇ ਹਨ। ਹੁਣ ਅਸੀਂ ਵਿਅਕਤੀਆਂ ਦੀ ਸੰਖਿਆ ਜੋ ਕ੍ਰਿਕਟ ਪਸੰਦ ਕਰਦੇ ਹਨ ਉਹ ਪਤਾ ਕਰਨੀ ਹੈ। ਸਾਨੂੰ ਕੁੱਲ ਵਿਅਕਤੀ 50 ਲੱਖ ਦਿੱਤੇ ਗਏ ਹਨ। ਇਸ ਲਈ ਅਸੀਂ ਲਿਖਦੇ ਹਾਂ 50 ਲੱਖ ਦਾ 60%। ਇਸ ਲਈ ਅਸੀਂ ਲਿਖ ਸਕਦੇ ਹਾਂ ਦਾ ਦੀ ਥਾਂ ਤੇ ਅਸੀਂ ਗੁਣਾ ਦਾ ਨਿਸ਼ਾਨ ਅਤੇ 60% ਦੇ ਲਈ ਅਸੀਂ ਬਟਾ 100 ਲਿਖ ਲੈਂਦੇ ਹਾਂ। ਹੁਣ 2 0 ਨੂੰ 2 0 ਨਾਲ ਕੱਟ ਦਿੰਦੇ ਹਾਂ ਅਤੇ ਅਸੀਂ 50,000 ਨੂੰ 60 ਨਾਲ ਗੁਣਾ ਕਰਨ ਤੇ 30 ਲੱਖ ਪ੍ਰਾਪਤ ਕਰਦੇ ਹਾਂ। ਇਸ ਤਰ੍ਹਾਂ ਕ੍ਰਿਕਟ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ 30 ਲੱਖ ਪ੍ਰਾਪਤ ਹੁੰਦੀ ਹੈ। ਹੁਣ ਅਸੀਂ ਵਿਅਕਤੀਆਂ ਦੀ ਸੰਖਿਆ ਪਤਾ ਕਰਨੀ ਹੈ ਜੋ ਫੁੱਟਬਾਲ ਪਸੰਦ ਕਰਦੇ ਹਨ ਅਤੇ ਫੁੱਟਬਾਲ ਪਸੰਦ ਕਰਨ ਵਾਲੇ ਵਿਅਕਤੀ 50 ਲੱਖ ਦਾ 30% ਹਨ। ਇਸ ਲਈ ਅਸੀਂ ਲਿਖਦੇ ਹਾਂ 50 ਲੱਖ ਦਾ 30%। ਹੁਣ ਅਸੀਂ ਇਸ ਨੂੰ ਹੱਲ ਕਰ ਲੈਂਦੇ ਹਾਂ। ਦਾ ਦੀ ਜਗ੍ਹਾ ਤੇ ਅਸੀਂ ਗੁਣਾ ਦਾ ਨਿਸ਼ਾਨ ਵਰਤਦੇ ਹਾਂ ਅਤੇ 30% ਨੂੰ ਅਸੀਂ 30/100 ਲਿਖ ਲੈਂਦੇ ਹਾਂ। ਇਸ ਤਰ੍ਹਾਂ 2 ਜ਼ੀਰੋਆਂ ਨੂੰ 2 ਜ਼ੀਰੋ ਨਾਲ ਕੱਟਣ ਤੇ 30 ਨੂੰ 50,000 ਨਾਲ ਗੁਣਾ ਕਰਨ ਤੇ 15 ਲੱਖ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਫੁੱਟਬਾਲ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਸਾਨੂੰ 15 ਲੱਖ ਪ੍ਰਾਪਤ ਹੋਈ। ਹੁਣ ਅਸੀਂ ਵਿਅਕਤੀਆਂ ਦੀ ਸੰਖਿਆ ਪਤਾ ਕਰਨੀ ਹੈ ਜੋ ਹੋਰ ਖੇਡਾਂ ਪਸੰਦ ਕਰਦੇ ਹਨ ਅਤੇ ਅਸੀਂ ਜਾਣਦੇ ਹਾਂ ਹੋਰ ਖੇਡਾਂ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਅਸੀਂ 10% ਪਹਿਲਾਂ ਪਤਾ ਕਰ ਚੁੱਕੇ ਹਾਂ। ਇਸ ਲਈ ਅਸੀਂ ਲਿਖਦੇ ਹਾਂ 50 ਲੱਖ ਦਾ 10%। ਇਸ ਨੂੰ ਅਸੀਂ ਹੱਲ ਕਰ ਲੈਂਦੇ ਹਾਂ। ਦਾ ਦੀ ਜਗ੍ਹਾ ਤੇ ਅਸੀਂ ਗੁਣਾ ਦਾ ਨਿਸ਼ਾਨ ਵਰਤਦੇ ਹਾਂ ਅਤੇ 10% ਨੂੰ 10/100 ਲਿਖ ਲੈਂਦੇ ਹਾਂ। ਇਸ ਤਰ੍ਹਾਂ 50,000 ਨੂੰ 10 ਨਾਲ ਗੁਣਾ ਕਰਨ ਤੇ ਸਾਨੂੰ 5 ਲੱਖ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਹੋਰ ਖੇਡਾਂ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਸਾਨੂੰ 5 ਲੱਖ ਪ੍ਰਾਪਤ ਹੋਈ। ਪਿਆਰੇ ਬੱਚਿਓ, ਜੋ ਟੌਪਿਕਸ ਅਸੀਂ ਅੱਜ ਕੀਤੇ ਉਹਨਾਂ ਤੇ ਆਧਾਰਿਤ ਕੁਝ ਕੁਐਸਚਨਸ ਹਨ। ਕੁਐਸਚਨ ਨੰਬਰ 1 ਪ੍ਰਤੀਸ਼ਤ ਵਿੱਚ ਬਦਲੋ। ਤੁਹਾਨੂੰ 4/5 ਅਤੇ 3/2 ਦੋ ਸੰਖਿਆਵਾਂ ਦਿੱਤੀਆਂ ਗਈਆਂ ਹਨ ਅਤੇ ਇਹਨਾਂ ਨੂੰ ਤੁਸੀਂ ਪ੍ਰਤੀਸ਼ਤ ਦੇ ਵਿੱਚ ਬਦਲਣਾ ਹੈ। ਕੁਐਸਚਨ ਨੰਬਰ 2 ਜੇ 20 ਫਲਾਂ ਦੇ ਵਿੱਚੋਂ 5 ਸੇਬ ਹਨ ਤਾਂ ਸੇਬ ਦਾ ਪ੍ਰਤੀਸ਼ਤ ਕੀ ਹੋਵੇਗਾ। ਕੁਐਸਚਨ ਨੰਬਰ 3 8ਵੀਂ ਜਮਾਤ ਵਿੱਚ 40 ਵਿਦਿਆਰਥੀਆਂ ਵਿੱਚੋਂ 40% ਲੜਕੀਆਂ ਹੋਣ ਤਾਂ ਲੜਕੀਆਂ ਦੀ ਗਿਣਤੀ ਪਤਾ ਕਰੋ। ਪਿਆਰੇ ਬੱਚਿਓ, ਇਹ ਕੁਐਸਚਨਸ ਤੁਸੀਂ ਆਪਣੀਆਂ ਕਾਪੀਆਂ ਤੇ ਕਰਨੇ ਹਨ ਅਤੇ ਆਪਣੇ ਅਧਿਆਪਕ ਸਹਿਬਾਨ ਤੋਂ ਚੈੱਕ ਕਰਵਾ ਲੈਣੇ ਹਨ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।